ਗੁਲਜ਼ਾਰ ਸਿੰਘ ਸੰਧੂ ਦੀ ਪੁਸਤਕ ਤਿੰਨ ਛਿੱਕੇ ਦੀ ਕਹਾਣੀ ਹੈ। ਸ਼ਹੀਦ। ਭਾਰਤ, ਹਿੰਦੁਸਤਾਨ ਤੇ ਪਾਕਿਸਤਾਨ ਦੋ ਭਾਗਾਂ 'ਚ ਵੰਡਿਆ ਗਿਆ ਸੀ। ਭਾਵੇਂ ਉਦੋਂ ਤੱਕ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡਾਂ ਚੋਖੀ ਵੱਢ ਟੁੱਕ ਹੋ ਚੁੱਕੀ ਸੀ, ਪਰ ਸਾਡੇ ਇਲਾਕੇ 'ਚ ਹਾਲੇ ਸ਼ਾਂਤੀ ਸੀ। ਮੈਂ ਤੇ ਨੂਰਾ ਤਕੀਏ ਚੰਬੀ ਦੇ ਬੂਟੇ ਥੱਲੇ ਬੈਠੇ ਇਤਿਹਾਸ ਦਾ ਕੋਈ ਸਵਾਲ ਯਾਦ ਕਰ ਰਹੇ ਸੀ। ਨੂਰੇ ਦੀ ਭੈਣ ਰਹਿਮਤੇ ਸਾਡੇ ਸ਼ਹੀਦਾਂ ਵਾਲੇ ਖੇਤਾਂ 'ਚੋਂ ਚਰੀ ਵੱਢ ਰਹੀ ਸੀ। ਸ਼ਹੀਦਾਂ ਦੇ ਤਕੀਏ ਵਿਚਕਾਰ ਕੇਵਲ ਇੱਕ ਖੇਤ ਦੀ ਵਿੱਥ ਸੀ, ਪਰ ਮੈਨੂੰ ਉਸ ਤਕੀਏ ਦਾ ਇੰਨਾ ਭੈ ਨਹੀਂ ਸੀ ਜਿੰਨਾ ਸ਼ਹੀਦਾਂ ਦਾ। ਸ਼ਹੀਦ ਕਾਫੀ ਕਰਾਮਾਤ ਵਾਲੇ ਸਮਝੇ ਜਾਂਦੇ ਹੈ। ਪਹਿਲੀ ਤੋਂ ਲੈ ਕੇ 8ਵੀਂ ਜਮਾਤ ਤੱਕ ਮੈਂ ਕੱਚਾ ਪੱਕਾ ਕੋਈ ਇਮਤਿਹਾਨ ਸ਼ਹੀਦਾਂ ਦਾ ਪ੍ਰਸ਼ਾਦ ਸੁੱਖਣ ਤੋਂ ਬਿਨਾਂ ਨਹੀਂ ਸੀ ਦਿੰਦਾ, ਤੇ ਮੇਰੇ ਬਾਬਾ ਜੀ ਦਾ ਕਹਿਣਾ ਸੀ ਕਿ ਇਸੇ ਕਾਰਨ ਮੈਂ ਕਦੇ ਫੇਲ ਨਹੀਂ ਸੀ ਹੋਇਆ। ਨੂਰੇ ਦੀ ਭੈਣ ਰਹਿਮਤੇ ਮੈਨੂੰ ਬੜੀ ਚੰਗੀ ਲੱਗਦੀ ਸੀ, ਤੇ ਅੱਜ ਇਸ ਗੱਲ ਦੀ ਪੁਸ਼ਟੀ ਕਰਾਉਣ ਲਈ ਮੈਂ ਨੂਰੇ ਨੂੰ ਪੁੱਛਿਆ, ਤੈਨੂੰ ਆਪਣੀਆਂ ਦੋਨੋਂ ਭੈਣਾਂ ਵਿੱਚੋਂ ਰਹਿਮਤੇ ਚੰਗੀ ਲੱਗਦੀ ਹੈ ਕਿ ਜ਼ੈਨਾ? ਨੂਰੇ ਨੇ ਆਪਣੀ ਵੱਡੀ ਭੈਣ ਦਾ ਨਾਂ ਲਿਆ, ਜਿਹੜੀ 4-5 ਵਰ੍ਹੇ ਪਹਿਲਾਂ ਵਿਆਹੀ ਜਾ ਚੁੱਕੀ ਸੀ। ਤੈਨੂੰ ਰਹਿਮਤੇ ਕਿਉਂ ਨਹੀਂ ਚੰਗੀ ਲੱਗਦੀ? ਮੇਰੇ ਮੂੰਹੋਂ ਭੋਲ ਹੀ ਨਿਕਲ ਗਿਆ। ਫਿਰ ਮੈਨੂੰ ਖਿਆਲ ਆਇਆ ਵੀ ਨੂਰਾ ਮੇਰੀ ਗੱਲ ਦਾ ਕੋਈ ਹੋਰ ਭਾਵਨਾ ਕੱਢ ਬੈਠੇ, ਤੇ ਮੈਂ ਸ਼ਰਮਿੰਦਾ ਜਿਹਾ ਹੋ ਗਿਆ। ਇਸ ਲਈ ਕਿ ਰਹਿਮਤੇ ਮੈਨੂੰ ਨਿੱਕੇ ਹੁੰਦੇ ਨੂੰ ਮਾਰਦੀ ਹੁੰਦੀ ਸੀ, ਤੇ ਜ਼ੈਨਾ ਬੜੇ ਪਿਆਰ ਨਾਲ ਖਿਡਾਉਂਦੀ ਹੁੰਦੀ ਸੀ। ਨੂਰੇ ਦਾ ਉੱਤਰ ਸੁਣ ਕੇ ਮੇਰੀ ਤਸੱਲੀ ਹੋਈ ਕਿ ਨੂਰੇ ਨੇ ਮੇਰੇ ਪ੍ਰਸ਼ਨ ਦਾ ਉਹੀਓ ਭਾਵ ਕੱਢਿਆ ਸੀ ਜਿਹੜਾ ਹੈ ਸੀ। ਫੜ ਕਰਦਾ ਸ਼ਹੀਦਾਂ ਵਾਲੇ ਪਿੱਪਲ ਤੋਂ ਇੱਕ ਮੋਰ ਉੱਡਿਆ। ਉਹਦਾ ਨਵਾਂ ਨਕੋਰ ਖੰਭ ਹਵਾ 'ਚ ਡਿੱਕੋ ਡੋਲੇ ਖਾਂਦਾ ਹੇਠਾਂ ਆ ਡਿੱਗਿਆ। ਮੈਨੂੰ ਉਹਨਾਂ ਦਿਨਾਂ 'ਚ ਮੋਰ ਦੇ ਖੰਭ ਇਕੱਠੇ ਕਰਨ ਦਾ ਬੜਾ ਸ਼ੌਕ ਸੀ। ਕਿਤਾਬ ਨੂਰੇ ਨੂੰ ਫੜਾ ਕੇ ਜਦ ਭੱਜਿਆ ਮੈਂ ਖੰਭ ਕੋਲ ਪੁੱਜਾ ਤੇ ਖੰਭ ਰਹਿਮਤੇ ਦੇ ਹੱਥ ਵਿੱਚ ਸੀ। ਇਹ ਖੰਭ ਤਾਂ ਮੈਂ ਚੁੱਕਣਾ ਸੀ, ਮੈਂ ਨਿਰਾਸ਼ ਜਿਹਾ ਹੋ ਕੇ ਰਹਿਮਤੇ ਨੂੰ ਆਖਿਆ। ਪਰ ਹੁਣ ਤਾਂ ਮੈਂ ਚੁੱਕ ਬੈਠੀ ਹਾਂ, ਰਹਿਮਤੇ ਨੇ ਉੱਤਰ ਦਿੱਤਾ। ਕੁਝ ਵੀ ਹੋਵੇ ਖੰਭ ਤਾਂ ਤੈਨੂੰ ਦੇਣਾ ਹੀ ਪਏਗਾ, ਮੈਂ ਜ਼ਿੱਦ ਕੀਤੀ। ਫਿਰ ਤਾਂ ਮੈਂ ਕਦੀ ਵੀ ਨਹੀਂ ਦਿੰਦੀ, ਇੰਨਾ ਕਹਿ ਕੇ ਉਹ ਮੁਸਕਰਾ ਪਈ। ਖੰਭ ਤਾਂ ਤੂੰ ਦੇ ਹੀ ਦੇਂਗੀ, ਮੈਂ ਵੀ ਮੁਸਕਰਾ ਕੇ ਆਖਿਆ। ਹੋਰ ਤੈਨੂੰ ਭਾਵੇਂ ਮੈਂ ਕੁਝ ਨਹੀਂ ਕਹਿੰਦਾ, ਚੁੱਕ ਲੈ ਆਪਣਾ ਖੰਭ, ਉਹਨੇ ਘੂਰ ਕੇ ਤੱਕਦਿਆਂ ਕਿਹਾ। ਖੰਭ ਸੁੱਟ ਕੇ ਤੇ ਭਰੀ ਚੁੱਕ ਕੇ ਉਹ ਪਿੰਡ ਵੱਲ ਨੂੰ ਤੁਰ ਪਈ। ਦੂਰ ਤੱਕ ਮੈਨੂੰ ਉਹਦੀ ਪੀਲੀ ਚੁੰਨੀ ਵਿਖਾਈ ਦਿੰਦੀ ਰਹੀ, ਤੇ ਮੈਂ ਉਸ ਵੱਲ ਇੰਝ ਵੇਖਦਾ ਰਿਹਾ ਜਿਵੇਂ ਇਸ ਸਿੱਟੇ ਉੱਤੇ ਪਹੁੰਚਣਾ ਚਾਹੁੰਦਾ ਹੋਵਾਂ ਕਿ ਉਹਨੇ ਮੈਨੂੰ ਪਿਆਰ ਨਾਲ ਘੂਰਿਆ ਸੀ ਜਾਂ ਕਿਰਨਾਂ ਨਾਲ। ਖੰਭ ਲੈ ਕੇ ਜਦ ਵਾਪਸ ਤਕੀਏ 'ਚ ਆਇਆ ਤਾਂ ਨੂਰੇ ਦਾ ਅੱਬਾ ਬਦਰੂ ਸਾਈਂ ਸੰਝਾਂ ਵੇਲੇ ਦੀ ਨਮਾਜ਼ ਪੜ੍ਹ ਰਿਹਾ ਸੀ, ਤੇ ਨੂਰਾ ਵੀ ਕੋਲ ਖੜਾ ਸੀ। ਆਪਣੇ ਅੱਬਾ ਵਾਂਗ ਹੀ ਸ਼ਰਧਾ ਜਤਾ ਰਿਹਾ ਸੀ। ਨੂਰੇ ਦੇ ਗਲ 'ਚ ਪੀਲਾ ਪਟਕਾ ਸੀ, ਤੇ ਉਹਦੇ ਅੱਬਾ ਦੇ ਗਲ ਵਿੱਚ ਵੀ। ਪੀਲਾ ਪਟਕਾ? ਤੁਸੀਂ ਪੁੱਛੋਗੇ ਉਹ ਕਿਉਂ? ਇਹ ਵੀ ਇੱਕ ਦਿਲਚਸਪ ਕਹਾਣੀ ਹੈ। 2 ਦਿਨ ਪਹਿਲਾਂ ਇੱਕ ਨਿਹੰਗ ਸਿੰਘ ਨੇ ਸਾਡੇ ਪਿੰਡ 'ਚ ਐਲਾਨ ਕਰ ਦਿੱਤਾ ਸੀ ਕਿ ਕੇਵਲ ਉਹੀਓ ਮੁਸਲਮਾਨ ਹਿੰਦੁਸਤਾਨ 'ਚ ਰਹਿ ਸਕਣਗੇ ਜਿਹੜੇ ਹਿੰਦੂ ਸਿੱਖ ਬਣ ਜਾਣ, ਤੇ ਬਾਕੀ ਸਭ ਪਾਕਿਸਤਾਨ ਪਹੁੰਚਾ ਦਿੱਤੇ ਜਾਣਗੇ। ਸਾਡੇ ਪਿੰਡ ਵਧੇਰੇ ਵਸੋਂ ਮੁਸਲਮਾਨਾਂ ਦੀ ਸੀ, ਤੇ ਮੁਸਲਮਾਨ ਵੀ ਕੱਟੜ ਸੁੰਨੀ। ਪਰ ਕੀ ਕਰਦੇ ਵਿਚਾਰੇ? ਹੁਸ਼ਿਆਰਪੁਰ ਦੇ ਨੇੜੇ ਮੁਸਲਮਾਨਾਂ ਦੀਆਂ 22 ਬਸਤੀਆਂ, ਬਹੁਤ ਵੱਡੇ ਪਿੰਡ ਸਨ, ਤੇ ਫਿਰ ਵੀ ਉੱਥੇ ਜਿਹੜਾ ਅੜਿਆ ਨੇਜ਼ਿਆਂ ਨਾਲ ਵਿੰਨ੍ਹ ਦਿੱਤਾ ਗਿਆ ਸੀ। ਸਾਡੇ ਪਿੰਡ ਦੇ ਮੁਸਲਮਾਨ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ। ਐਲਾਨ ਤੋਂ ਦੂਜੇ ਹੀ ਦਿਨ ਸਾਡੇ ਬਾਬਾ ਜੀ ਨੇ ਪਿੰਡ ਦੀ ਧਰਮਸ਼ਾਲਾ ਵਿੱਚ 150 ਕੜੇ ਮੰਗਵਾਏ। ਉਨੇ ਹੀ ਖੰਡੇ ਵਾਲੇ ਕੰਘੇ, ਉਨੀਆਂ ਹੀ ਕੱਛਾਂ, ਉਨੇ ਪੀਲੇ ਰੰਗ ਦੇ ਪਟਕੇ। ਤੇ ਜਦ ਅੰਮ੍ਰਿਤ ਲਈ ਦੇਗ ਕਰਨ ਵਾਸਤੇ ਚਾਸ਼ਨੀ ਦੇ ਕੜਾਹੇ ਚੜ੍ਹਾਏ ਜਾਣ ਲੱਗੇ ਤਾਂ ਪਿੱਛੋਂ ਕਿਸੇ ਸਿਆਣੇ ਦੀ ਆਵਾਜ਼ ਆਈ, ਇਹੋ ਜਿਹੇ ਅੰਮ੍ਰਿਤ ਦਾ ਕੀ ਲਾਭ? ਇਹਨਾਂ ਮੁਸਲਿਆਂ ਦਾ ਕੀ ਭਰੋਸਾ ਹੈ? ਕੱਲ੍ਹ ਨੂੰ ਕੜੇ ਛੜੇ ਲਾ ਕੇ ਫਿਰ ਮੁਸਲੇ ਦੇ ਮੁਸਲੇ। ਮੈਂ ਪਿੱਛੇ ਮੁੜ ਕੇ ਤੱਕਿਆ ਤਾਂ ਬਾਬਾ ਫੁੰਮਣ ਸਿੰਘ ਜੀ ਬੋਲ ਰਹੇ ਸੀ। ਇੰਨਾ ਕਹਿ ਕੇ ਉਹਨਾਂ ਨੇ ਆਪਣੀ ਅਫੀਮ ਦੀ ਡੱਬੀ 'ਚੋਂ ਇੱਕ ਗੋਲੀ ਕੱਢੀ ਤੇ ਮੂੰਹ 'ਚ ਸੁੱਟ ਕੇ ਪਾਣੀ ਦਾ ਘੁੱਟ ਭਰ ਲਿਆ। ਹੋਰ ਕਿੱਦਾਂ ਦਾ ਅੰਮ੍ਰਿਤ ਛਕਾਇਆ ਜਾਏ? ਪਿੰਡ ਦੇ ਸਿਆਣਿਆਂ 'ਚੋਂ ਇੱਕ ਨੇ ਪੁੱਛਿਆ। ਝਟਕੇ ਵਾਲਾ। ਬਾਬਾ ਜੀ ਨੇ ਆਪਣੇ ਖੂੰਡੇ ਦੇ ਸਹਾਰੇ ਉੱਠਦਿਆਂ ਆਖਿਆ, ਬਿਲਕੁਲ ਠੀਕ। ਸਭ ਸਿਆਣੇ ਰਜ਼ਾਮੰਦ ਹੋ ਗਏ। ਸਾਡੇ ਸਿੱਖ ਭਰਾਵਾਂ ਨੂੰ ਉੱਧਰ ਹਲਾਲ ਖਿਲਾਇਆ ਗਿਆ। ਕਿਸੇ ਨੇ ਪਾਕਿਸਤਾਨ ਦੀਆਂ ਕਰਤੂਤਾਂ ਵੱਲ ਇਸ਼ਾਰਾ ਕੀਤਾ, ਤੇ ਉਹ ਵੀ ਗਊ ਦਾ। ਕਿਸੇ ਹੋਰ ਨੇ ਤਾਈਦ ਕੀਤੀ। ਮੁਸਲਮਾਨ ਵਿਚਾਰੇ ਚੁੱਪਚਾਪ ਸੁਣਦੇ ਰਹੇ। ਪਲੋ ਪਲੀ 5-6 ਬੱਕਰੇ ਝਟਕਾ ਦਿੱਤੇ ਗਏ। ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਪਿੰਡਾਂ 'ਚ ਜਿੱਥੇ ਵੀ ਮੁਸਲਮਾਨਾਂ ਨੂੰ ਸਿੱਖ ਬਣਾਇਆ ਸੀ, ਝਟਕੇ ਦੇ ਅੰਮ੍ਰਿਤ ਨਾਲ ਹੀ ਬਣਾਇਆ ਸੀ। ਪੱਦੀ, ਪੋਸੀ ਕਿਤਣਾ, ਮਜਾਰਾ, ਬਿੱਜੋਂ, ਬਾਕੀ ਗੁਆਂਢੀ ਪਿੰਡਾਂ 'ਚ ਵੀ ਇਹ ਅਮਲ ਕਰਨਾ ਸੀ। ਮੁਸਲਮਾਨਾਂ ਦੇ ਦਿਲ 'ਚ
ਇੱਕ ਚੜ੍ਹਦੀ ਇੱਕ ਉਤਰਦੀ ਸੀ, ਪਰ ਕਰ ਕੁਛ ਵੀ ਨਹੀਂ ਸੀ ਸਕਦੇ। ਗੁਰੂ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਦੁਆਰਾ ਅੰਮ੍ਰਿਤ ਛਕਾਇਆ ਸੀ। ਬਾਪੂ ਜੀ ਨੇ ਬਾਬੇ ਫੁੰਮਣ ਸਿੰਘ ਜੀ ਨੂੰ ਹੌਲੀ ਜਿਹੀ ਟੋਕਿਆ, ਚੁੱਪ ਰਿਹਾ ਕਰ ਓਏ ਮੁੰਡਿਆ, ਬਹੁਤੀਆਂ ਨਗੋਚਾਂ ਨਹੀਂ ਕੱਢੀ ਦੀਆਂ। ਬਾਬੇ ਹੋਰਾਂ ਬਾਪੂ ਜੀ ਨੂੰ ਚੁੱਪ ਕਰਾਤਾ ਤੇ ਫਿਰ ਖੂੰਡੇ ਦੇ ਸਹਾਰੇ ਝਟਕੇ ਤੇ ਬਲਟੋਹਿਆਂ ਦਾ ਮੁਆਇਨਾ ਕਰਨ ਲੱਗ ਪਏ। ਅੱਜ ਮੈਂ ਗੌਰ ਨਾਲ ਵੇਖਿਆ ਕਿ ਬਾਬਾ ਜੀ ਨੇ ਕਿਰਪਾਨ ਨਹੀਂ ਸੀ ਪਹਿਨੀ। ਕਿਰਪਾਨ ਦੀ ਥਾਂ ਉਹ ਖੂੰਡਾ ਹੀ ਰੱਖਦੇ ਸੀ ਤੇ ਬੰਦਾ ਚਾਰ ਕੱਕੀਏ ਹੀ ਸਿੱਖ ਸੀ। ਘੜੀ ਪਲ 'ਚ ਸਾਰੇ ਦੇ ਸਾਰੇ ਮੁਸਲਮਾਨਾਂ ਦੇ ਕੰਘੇ, ਕੜੇ, ਕੱਛੇ, ਕਿਰਪਾਨਾਂ ਪਹਿਨ ਲਈਆਂ, ਬੋਟੀ ਬੋਟੀ ਕਰਕੇ ਝਟਕਾ ਮੂੰਹ 'ਚ ਪਾਉਣ ਲੱਗੇ। ਅਸੀਂ ਪਹਿਲਾਂ ਵੀ ਤਾਂ ਹਿੰਦੂ ਹੀ ਸੀ। ਸਹੁਰੇ ਔਰੰਗਜ਼ੇਬ ਨੇ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਸੀ। ਝਟਕੇ ਦੀ ਬੋਟੀ ਮੂੰਹ 'ਚ ਪਾਉਂਦੇ ਹੋਏ ਸੁੰਨੀ ਮੁਸਲਮਾਨ ਆਪਣੇ ਹਿੰਦੂ ਸਿੱਖ ਭਰਾਵਾਂ ਨਾਲ ਗੱਲਾਂ ਕਰ ਰਹੇ ਸੀ ਤੇ ਬਾਬਾ ਫੁੰਮਣ ਸਿੰਘ ਤੇ ਹੋਰ ਸਿਆਣੇ ਵੀ ਆਪਣੀ ਸਰਦਾਰੀ ਠਾਠ ਵਿੱਚ ਬੈਠ ਕਦੀ ਅਫੀਮ ਤੇ ਕਦੀ ਝਟਕੇ ਦੀ ਬੋਟੀ ਮੂੰਹ 'ਚ ਪਾ ਲੈਂਦੇ। ਬਾਪੂ ਜੀ ਆਪਣੇ ਆਪ ਨੂੰ ਆਮ ਜੱਟਾਂ ਨਾਲੋਂ ਵੱਖਰੇ ਆ ਕੇ ਪਿੰਡ ਦੇ ਬਾਕੀ ਬੰਦਿਆਂ ਨੂੰ ਆਪਣੇ ਸੰਧੂ ਹੋਣ ਦੀ ਵਿਸ਼ੇਸ਼ਤਾ ਸਮਝਾ ਰਹੇ ਸੀ। ਮਹਾਰਾਜੇ ਪਟਿਆਲੇ ਦਾ ਗੋਤ ਸਿੱਧੂ ਹੈ ਤੇ ਸਿੱਧੂ ਸੰਧੂ ਇੱਕ ਬਰਾਬਰ ਹੀ ਹੁੰਦੇ ਹੈ। ਇੰਨੀ ਗੱਲ ਹੈ ਕਿ ਜ਼ਰਾ ਕੁ ਸਾਡੀ ਜਾਗੀਰ ਨਾਲ ਅਫੀਮ ਡੋਡੇ ਹੀ ਚੱਲਦੇ ਨੇ ਤੇ ਮਹਾਰਾਜੇ ਦਾ ਸ਼ਾਹੀ ਠਾਠ ਵੀ ਕਾਇਮ ਹੈ। ਸਿੱਖੀ 'ਚ ਉਹ ਵੀ ਪੱਕਾ ਤੇ ਅਸੀਂ ਵੀ। ਤੇ ਜੇ ਅਸੀਂ ਨਾ ਹੁੰਦੇ ਤਾਂ ਤੁਸੀਂ ਮੁਸਲਿਆਂ ਦਾ ਕੀ ਵਿਗਾੜ ਸਕਦੇ ਸੀ? ਉਹਨਾਂ ਨੇ ਤੁਹਾਡੇ ਕੋਲੋਂ ਅੰਮ੍ਰਿਤ ਨਹੀਂ ਛਕਣਾ। ਸਾਰੇ ਮੁਸਲਮਾਨਾਂ ਨੇ ਅੰਮ੍ਰਿਤ ਛਕ ਲਿਆ। ਕੇਵਲ ਥੋੜ੍ਹੇ ਜਿਹੇ ਘਰ ਜਿਨ੍ਹਾਂ ਨੇ ਪਾਕਿਸਤਾਨ ਜਾਣ ਦਾ ਫੈਸਲਾ ਦੇ ਦਿੱਤਾ ਸੀ ਰਹਿ ਗਏ ਸੀ। ਨੂਰੇ ਦੇ ਪਰਿਵਾਰ ਵਿੱਚੋਂ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ। ਨੂਰੇ ਹੋਰਾਂ ਨੇ ਨਹੀਂ ਅੰਮ੍ਰਿਤ ਛਕਣਾ? ਮੈਂ ਬਾਪੂ ਜੀ ਨੂੰ ਪੁੱਛਿਆ। ਰੌਲਾ ਨਹੀਂ ਪਾਈਦਾ ਮੱਲ, ਮੈਂ ਕੰਘੇ ਕੜੇ ਉਹਨਾਂ ਦੇ ਘਰ ਪਹੁੰਚਾ ਦਿੱਤੇ ਹੈ ਤੇ ਉਹਨਾਂ ਨੇ ਪਹਿਨ ਵੀ ਲਏ ਹੈ। ਨੂਰੇ ਦਾ ਅੱਬਾ ਸਾਈਂ ਲੋਕ ਹੈ, ਝਟਕਾ ਖਾਣ ਤੋਂ ਕਤਰਾਉਂਦਾ। ਖੈਰ ਮੈਂ ਨਿਪਟ ਲਵਾਂਗਾ। ਵਿਚਾਰਾ ਬੜਾ ਮਾਣ ਕਰਦਾ ਆਪਣਾ। ਤੈਨੂੰ ਪਹਿਲੀਆਂ 6 ਜਮਾਤਾਂ ਨੂਰੇ ਦੇ ਨਾਲ ਹੀ ਨਾਲ ਤਾਂ ਪਾਸ ਕਰਵਾਤੀਆਂ ਸੀ। ਤੇਰੇ ਹਾਣ ਦੇ ਹਾਲੇ ਚੌਥੀ 'ਚ ਧੱਕੇ ਖਾਂਦੇ ਫਿਰਦੇ ਆ ਤੇ ਤੂੰ ਸੁੱਖ ਨਾਲ 8ਵੀਂ 'ਚ ਹੈ। ਇਹ ਸਭ ਬਦਰੂ ਸਾਈਂ ਦੀਆਂ ਹੀ ਮਿਹਰਬਾਨੀਆਂ ਨੇ। ਬਾਪੂ ਜੀ ਨੇ ਸਾਰੀ ਗੱਲ ਮੇਰੇ ਕੰਨ 'ਚ ਹੀ ਸਮਝਾ ਦਿੱਤੀ ਤੇ ਆਪ ਆਪਣੇ ਕੰਮ 'ਚ ਮਗਨ ਹੋ ਗਏ। ਜਦ ਬਾਪੂ ਜੀ ਤੋਂ ਬਦਰੂ ਸਾਈਂ ਦੇ ਅੰਮ੍ਰਿਤ ਛਕਣ ਸੰਬੰਧੀ ਪੁੱਛਿਆ ਗਿਆ ਤਾਂ ਬਾਪੂ ਜੀ ਨੇ ਇੱਧਰ ਉੱਧਰ ਦੀਆਂ ਕਈ ਗੱਲਾਂ ਜੋੜ ਕੇ ਪਿੰਡ ਦੀ ਪੰਚਾਇਤ ਨੂੰ ਯਕੀਨ ਦਿਵਾਇਆ ਕਿ ਬਦਰੂ ਸਾਈਂ ਨੇ ਉਹਨਾਂ ਦੇ ਸਾਹਮਣੇ ਝਟਕੇ ਦੀ ਬੋਟੀ ਮੂੰਹ 'ਚ ਪਾਈ ਸੀ। ਤੇ ਫਿਰ ਵੀ ਜਦ ਬਾਬਾ ਜੀ ਨੇ ਉਹਨਾਂ ਦੀ ਨੀਅਤ 'ਤੇ ਸ਼ੱਕ ਕੀਤਾ ਤੇ ਬਾਪੂ ਜੀ ਨੂੰ ਝੂਠੀ ਸਹੁੰ ਖਾ ਕੇ ਯਕੀਨ ਕਰਾਉਣਾ ਪਿਆ ਸੀ। ਇਸ ਪ੍ਰਕਾਰ ਬਦਰੂ ਸਾਈਂ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ ਸੀ। ਇਸ 'ਚ ਝੂਠ ਵੀ ਕੀ ਸੀ? ਅੱਜ ਜਦ ਮੈਂ ਸ਼ਹੀਦਾਂ ਵਾਲੇ ਪਿੱਪਲ ਕੋਲ ਰਹਿਮਤੇ ਤੋਂ ਖੰਭ ਮੰਗਿਆ ਸੀ ਤਾਂ ਉਹਦੀ ਬਾਂਹ 'ਚ ਲੋਹੇ ਦਾ ਕੜਾ ਸੀ ਤੇ ਸਿਰ 'ਤੇ ਪੀਲੀ ਚੁੰਨੀ। ਇਹ ਗੱਲ ਵੱਖਰੀ ਸੀ ਕਿ ਪੀਲੀ ਚੁੰਨੀ ਨੇ ਰਹਿਮਤੇ ਦੇ ਹੁਸਨ ਦੀ ਆਬ ਨਹੀਂ ਸੀ ਛੱਡੀ। ਉਹਦੇ ਗੋਰੇ ਰੰਗ ਨੂੰ ਕਾਲੀ ਚੁੰਨੀ ਫੱਬਦੀ ਸੀ ਤੇ ਬਦਰੂ ਸਾਈਂ ਜਦ ਨਮਾਜ਼ ਪੜ੍ਹ ਰਿਹਾ ਸੀ ਤਾਂ ਉਹਦੇ ਹੱਥ ਵਿੱਚ ਕੜੇ ਤੋਂ ਇਲਾਵਾ ਉਹਦੇ ਗਲ 'ਚ ਪੀਲਾ ਪਟਕਾ ਸੀ ਤੇ ਨੂਰੇ ਦੇ ਗਲ ਵਿੱਚ ਵੀ। ਹੁਣ ਉਹ ਨਮਾਜ਼ ਨਾ ਵੀ ਪੜ੍ਹਦੇ, ਜੇ ਕੋਈ ਹੋਰ ਉਹਨਾਂ ਨੂੰ ਵੇਖਦਾ ਹੁੰਦਾ। ਇਸ ਵੇਲੇ ਤਾਂ ਉਹਨਾਂ ਕੋਲ ਮੈਂ ਹੀ ਸੀ ਤੇ ਨੂਰੇ ਦਾ ਹਮਜਮਾਤੀ ਤੇ ਬਦਰੂ ਸਾਈਂ ਦਾ ਪੁਰਾਣਾ ਵਿਦਿਆਰਥੀ। ਉਹ ਵਿਦਿਆਰਥੀ ਜਿਹਨੂੰ ਸਬਕ ਭੁੱਲਣ 'ਤੇ ਵੀ ਸਾਈਂ ਨੇ ਕਦੇ ਨਹੀਂ ਮਾਰਿਆ ਤੇ ਸਾਈਂ ਵੀ ਉਹ ਜਿਹੜਾ ਮਾਰਨ ਲੱਗਿਆ ਨੂਰੇ ਨਾਲ ਵੀ ਲਿਹਾਜ਼ ਨਹੀਂ ਸੀ ਕਰਦਾ। ਜੇ ਕਦੇ ਨੂਰਾ ਇਹਦਾ ਕਾਰਨ ਵੀ ਪੁੱਛਦਾ ਤਾਂ ਦਲੀਲ ਦਿੰਦਾ, ਇਹ ਤਾਂ ਵਿਚਾਰਾ ਮਾਪਿਆਂ ਦੇ ਘਰ ਇਕੱਲਾ ਹੀ ਪੁੱਤਰ ਹੈ। ਤੁਹਾਡਾ ਕੀ ਹੈ, ਤੁਸੀਂ ਤਾਂ 5 ਹੋ, ਇੱਕ ਅੱਧੇ ਨੂੰ ਕੁਝ ਹੋ ਵੀ ਜਾਵੇ ਤਾਂ ਕੁਛ ਨਹੀਂ ਵਿਗੜਦਾ। ਤੇ ਇੰਨਾ ਕਹਿ ਕੇ ਸਾਈਂ ਇੱਕ ਚਪੇੜ ਨੂਰੇ ਦੇ ਹੋਰ ਜੜ ਦਿੰਦਾ। 7ਵੀਂ 'ਚ ਮੈਂ ਤੇ ਨੂਰਾ ਮਹਿਲਪੁਰ ਜਾਣ ਲੱਗ ਪਏ ਸੀ। ਮਹਿਲਪੁਰ ਇਕੱਠੇ ਪੜ੍ਹਨ ਕਾਰਨ ਮੈਂ ਤੇ ਨੂਰਾ ਹੋਰ ਵੀ ਮਿੱਤਰ ਹੋ ਗਏ ਸਾਂ। ਉਂਝ ਵੀ ਬਾਪੂ ਜੀ ਨਾਲ ਸਾਈਂ ਹੋਰਾਂ ਦੇ ਬਹੁਤ ਚੰਗੇ ਸੰਬੰਧ ਸੀ, ਇਸ ਲਈ ਉਹਨਾਂ ਦਾ ਕੀ ਡਰ ਸੀ। ਮੈਂ ਕਿਹੜਾ ਪਿੰਡਾਂ ਦੇ ਕਿਸੇ ਬੰਦੇ ਨੂੰ ਦੱਸਣ ਲੱਗਿਆ ਸੀ ਕਿ ਨੂਰਾ ਤੇ ਨੂਰੇ ਦਾ ਅੱਬਾ ਨਮਾਜ਼ ਪੜ੍ਹ ਰਹੇ ਸੀ। ਮੈਂ ਉਦੋਂ 13ਵੇਂ ਵਰ੍ਹੇ 'ਚ ਸੀ। ਨੂਰਾ 15 ਵਰ੍ਹੇ ਦਾ ਹੋਏਗਾ। ਰਹਿਮਤੇ ਨੂਰੇ ਨਾਲੋਂ 2 ਵਰ੍ਹੇ ਵੱਡੀ ਸੀ ਤੇ ਮੈਨੂੰ ਯਾਦ ਹੈ ਕਿ ਤੀਜੀ ਤੱਕ ਮੈਂ ਬਹੁਤ ਸਾਰੇ ਸਵਾਲ ਰਹਿਮਤੇ ਕੋਲੋਂ ਹੀ ਸਮਝਦਾ ਹੁੰਦਾ ਸੀ ਤੇ ਹੁਣ ਉਹ ਚਰੀ ਦੀ ਭਰੀ ਚੁੱਕੀ ਜਾ ਰਹੀ ਸੀ ਤੇ ਬਦਰੂ ਸਾਈਂ ਨਮਾਜ਼ ਪੜ੍ਹ ਰਿਹਾ ਸੀ। ਨੂਰਾ ਬੜੀ ਸ਼ਰਧਾ ਭਾਵ ਨਾਲ ਉਹਦੇ ਕੋਲ ਖੜਾ ਸੀ ਤੇ ਸਾਈਂ ਦੀ ਨਸਵਾਰੀ ਰੰਗ ਦੀ ਦਾੜੀ ਧਰਤੀ ਨਾਲ ਲੱਗੀ ਹੋਈ ਸੀ ਤੇ ਕਲੀਆਂ ਵਾਲਾ ਕੁੜਤਾ ਭੋਏ 'ਚ ਲਿਬੜਿਆ ਹੋਇਆ ਸੀ ਕਿ ਪਿੱਠ ਪਿੱਛੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਸੁਣਾਈ ਦੇਣ ਲੱਗੇ। ਸ਼ਾਮ ਦੇ ਕੋਈ 4 ਵਜੇ ਦਾ ਸਮਾਂ ਹੋਏਗਾ। ਅਸੀਂ ਸਾਰੇ ਸੁੱਤ ਨੀਂਦਰੇ ਜਿਹੇ ਪਿੰਡ ਵੱਲ ਨੂੰ ਭੱਜ ਤੁਰੇ। ਨਮਾਜ਼ ਵੀ ਪੂਰੀ ਨਾ ਹੋ ਸਕੀ। ਮਾਰੇ ਭੈ ਦੇ ਚੰਗੀ ਤਰ੍ਹਾਂ ਕੋਈ ਵੀ ਨਹੀਂ ਸੀ ਭੱਜ ਸਕਦਾ। ਨੂਰਾ ਔਖੜ ਕੇ ਡਿੱਗ ਪਿਆ। ਇੱਕ ਚਿਲਕਦੀ ਹੋਈ ਬਰਛੀ ਨੂਰੇ ਦੇ ਢਿੱਡ 'ਚ ਖੁੱਭ ਗਈ। ਰੁੱਗ ਭਰ ਅੰਦਰਾਂ ਉਹਦੇ ਢਿੱਡ 'ਚੋਂ ਬਾਹਰ ਨਿਕਲ ਆਈਆਂ। ਮੈਂ ਭੈ ਭੀਤ ਹੋ ਕੇ ਬਰਛੀ ਵੱਲ ਤੱਕਿਆ ਤਾਂ ਕੋਈ ਨੀਲੇ ਵਸਤਰਾਂ ਵਾਲਾ ਘੋੜ ਸਵਾਰ ਸੀ।
ਸਾਈਂ ਨੇ ਆਖਿਆ, ਸਰਦਾਰ ਜੀ ਅਸੀਂ ਸਿੰਘ ਸੱਜ ਗਏ ਹਾਂ, ਅਸੀਂ ਅੰਮ੍ਰਿਤ ਛਕ ਲਿਆ, ਇਹ ਵੇਖੋ ਪੀਲਾ ਪਟਕਾ ਤੇ ਕੜਾ। ਤਾਂ ਇੱਕ ਮੁੱਛਾਂ ਵਾਲੇ ਰਾਜਪੂਤ ਨੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਹਦੇ ਕੜੇ ਵਾਲਾ ਹੱਥ ਕੱਟ ਦਿੱਤਾ। ਉਹਨੇ ਹੱਥ ਜੋੜ ਕੇ ਮਿੰਨਤ ਕਰਨ ਲਈ ਦੂਜਾ ਹੱਥ ਵੀ ਚੁੱਕਿਆ ਤਾਂ ਉਹ ਵੀ ਵੱਢ ਦਿੱਤਾ। ਇਹਨੂੰ ਵੀ ਘੱਲੋ ਪਾਕਿਸਤਾਨ। ਮੇਰੇ ਵੱਲ ਇਸ਼ਾਰਾ ਕਰਕੇ ਕਿਸੇ ਹੋਰ ਨੇ ਕਿਹਾ, ਇਹ ਤਾਂ ਸਿੱਖਾਂ ਦਾ ਭੁਜੰਗੀ ਆ ਓਏ ਮੂਰਖੋ। ਨੂਰੇ ਦੇ ਢਿੱਡ 'ਚ ਬਰਛੀ ਖੋਭਣ ਵਾਲੇ ਨਿਹੰਗ ਸਿੰਘ ਨੇ ਉਹਨੂੰ ਝਿੜਕਿਆ ਤੇ ਮੈਨੂੰ ਚੁੱਕ ਕੇ ਆਪਣੀ ਘੋੜੀ 'ਤੇ ਸੁੱਟ ਲਿਆ। ਉਹ ਤੋਂ ਪਿੱਛੋਂ ਮੈਨੂੰ ਨਹੀਂ ਪਤਾ ਕੀ ਹੋਇਆ ਜਾਂ ਕੀ ਨਾ ਹੋਇਆ। ਮੈਂ ਬੇਹੋਸ਼ ਹੋ ਗਿਆ ਸੀ। ਦੂਜੇ ਦਿਨ ਜਦ ਮੈਨੂੰ ਹੋਸ਼ ਆਈ, ਮੈਂ ਆਪਣੇ ਘਰ ਦੇ ਵਰਾਂਡੇ 'ਚ ਪਿਆ ਸੀ ਤੇ ਮੇਰੀ ਮਾਂ ਦੀਆਂ ਅੱਖਾਂ ਰੋ ਰੋ ਲਾਲ ਹੋ ਚੁੱਕੀਆਂ ਸੀ। ਬਸ ਬਚ ਗਿਆ ਹੁਣ, ਫਿਕਰ ਨਾ ਕਰੋ। ਡਰ ਨਾਲ ਸਹਿਮ ਗਿਆ ਸੀ। ਹਾਲੀ ਜਵਾਕ ਹੀ ਤਾਂ ਹੈ ਵਿਚਾਰਾ। ਅੰਦਰੋਂ ਆਵਾਜ਼ ਆਈ ਤੇ ਮੈਂ ਬੋਲ ਪਛਾਣਿਆ ਤਾਂ ਬਾਬਾ ਜੀ ਦਾ ਸੀ। ਭਾਣਾ ਵਾਹਿਗੁਰੂ ਦਾ। ਪਰਲੋ ਵੀ ਆ ਗਈ ਸੀ। ਮਾਂ ਨੇ ਹੰਝੂਆਂ 'ਚੋਂ ਆਖਿਆ ਤੇ ਮੈਨੂੰ ਗੋਦ 'ਚ ਲੈ ਕੇ ਘੁੱਟਣ ਲੱਗ ਪਈ। ਤੂੰ ਡਰ ਗਿਆ ਸੀ ਪੁੱਤ? ਮੈਂ ਸਦਕੇ ਜਾਵਾਂ ਆਪਣੇ ਪੁੱਤ ਦੇ, ਮਾਂ ਨੇ ਆਖਿਆ ਤੇ ਦੁਪੱਟੇ ਨਾਲ ਆਪਣੇ ਹੰਝੂ ਪੂੰਝ ਕੇ ਮੇਰਾ ਮੂੰਹ ਸਾਫ਼ ਕਰਨ ਲੱਗ ਪਈ। ਸਦਕੇ ਵਾਰੀ ਫੇਰ ਜਾਇਓ, ਪਹਿਲਾਂ ਸ਼ਹੀਦਾਂ ਦਾ ਪ੍ਰਸ਼ਾਦ ਚੜ੍ਹਾ ਲਓ, ਜਿਨ੍ਹਾਂ ਦੀ ਕਿਰਪਾ ਨਾਲ ਇਹਦੀ ਜਾਨ ਬਖਸ਼ੀ ਹੋਈ ਹੈ। ਬਾਬੇ ਜੀ ਨੇ ਡਿਉਢੀ 'ਚੋਂ ਹੀ ਸਿਆਣੀ ਗੱਲ ਕੀਤੀ। ਬੀਬੀ ਨੂਰੇ ਦੇ ਢਿੱਡ 'ਚ ਮੇਰੇ ਸਾਹਮਣੇ ਬਰਛੀ ਵੱਜੀ ਸੀ। ਮੈਂ ਚੇਤਾ ਕਰਕੇ ਮਾਂ ਨੂੰ ਆਖਿਆ, ਤੇ ਰਹਿਮਤ ਕਿੱਥੇ ਹੈ? ਮੈਂ ਪੁੱਛਿਆ। ਹੁਣ ਮੈਂ ਇੰਨਾ ਹੋਸ਼ 'ਚ ਸੀ। ਮਾਂ ਨੇ ਰੋ ਰੋ ਕੇ ਮੈਨੂੰ ਦੱਸਿਆ ਕਿ ਨੂਰੇ ਦੀਆਂ ਭੈਣਾਂ ਜੈਨਾ ਤੇ ਰਹਿਮਤੇ ਨੂੰ ਜੱਥੇ ਵਾਲੇ ਨਾਲ ਲੈ ਗਏ। ਉਹ ਆਪਣੇ ਨਾਲ ਮੁਸਲਮਾਨਾਂ ਦੀਆਂ ਹੋਰ ਵੀ ਕਈ ਮੁਟਿਆਰਾਂ ਲੈ ਗਏ ਸੀ। ਸਾਈਂ ਦੇ ਦੋਵੇਂ ਹੱਥ ਤੇ ਇੱਕ ਲੱਤ ਵੱਢੀ ਗਈ ਸੀ। ਨੂਰੇ ਦੀ ਉੱਥੇ ਜਾਨ ਨਿਕਲ ਗਈ ਸੀ ਤੇ ਪਿੰਡ ਦੇ 21 ਮੁਸਲਮਾਨ ਵੱਢਤੇ ਗਏ ਸੀ। ਜਿਹੜਾ ਵੀ ਪੀਲੇ ਪਟਕੇ, ਕੜੇ ਜਾਂ ਨਵੇਂ ਕੱਛੇ ਵਾਲਾ ਵਿਖਾਈ ਦਿੰਦਾ ਨਹੀਂ ਸੀ ਛੱਡਿਆ। ਗੱਲਾਂ ਕਰ ਰਹੀ ਮੇਰੀ ਮਾਂ ਦੀਆਂ ਅੱਖਾਂ ਪਥਰਾਉਂਦੀਆਂ ਜਾ ਰਹੀਆਂ ਸੀ। ਸ਼ਾਮ ਨੂੰ ਜਦ ਅਸੀਂ ਸ਼ਹੀਦੀ ਪ੍ਰਸ਼ਾਦ ਚੜ੍ਹਾਉਣ ਚੱਲੇ ਤਾਂ ਸਾਰਿਆਂ ਦੇ ਚਿਹਰੇ 'ਤੇ ਇੱਕ ਦਹਿਸ਼ਤ ਛਾਈ ਹੋਈ ਸੀ। ਬਾਬਾ ਜੀ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਕਿਸੇ ਨੇ ਦੱਸਿਆ ਕਿ ਬਾਬਾ ਜੀ ਦਾ ਪੋਸੀ ਵਾਲਾ ਲੰਗੋਟੀਆ ਮਿੱਤਰ ਘਨਸ਼ਾਮ ਦਾਸ ਆਪਣੇ ਕਿਸੇ ਮੁਸਲਮਾਨ ਸਾਥੀ ਨੂੰ ਪਟਕਾ ਦੇਣ ਚੱਲਿਆ ਸੀ। ਪਟਕੇ ਤੋਂ ਜੱਥੇ ਵਾਲਿਆਂ ਨੂੰ ਜਾਪਿਆ ਵੀ ਉਹਨੇ ਵੀ ਤਾਜ਼ਾ ਅੰਮ੍ਰਿਤ ਛਕਿਆ ਸੀ। ਉਹਨੂੰ ਮੁਸਲਮਾਨ ਸਮਝ ਕੇ ਉਹਦੇ ਵੀ ਛੁਰਾ ਖੋਭ ਦਿੱਤਾ। ਉਹਨਾਂ ਕੋਲ ਇੰਨੀ ਵਿਹਲ ਹੀ ਕਿੱਥੇ ਸੀ ਵੀ ਉਹ ਪੂਰਨ ਪੁੱਛ-ਗਿੱਛ ਕਰਦੇ। ਉਹਨਾਂ ਨੇ ਸਾਡੇ ਪਿੰਡ ਦੇ ਪਿੱਛੇ ਅਗਲੇ ਪਿੰਡਾਂ ਵਿੱਚ ਲੁੱਟ-ਮਾਰ ਕਰਨੀ ਸੀ। ਸੁੰਨੀ ਵਰਗੇ ਨਿੱਕੇ ਜਿਹੇ ਪਿੰਡ ਵਿੱਚ 500-600 ਬੰਦਿਆਂ ਦੇ ਜੱਥੇ ਜੋਗਾ ਧਨ ਮਾਲ ਕਿਵੇਂ ਪ੍ਰਾਪਤ ਹੋ ਸਕਦਾ ਹੈ? ਬਾਬਾ ਜੀ ਨੂੰ ਘਨਸ਼ਾਮ ਦਾਸ ਦੀ ਮੌਤ ਦਾ ਇੰਨਾ ਸਦਮਾ ਸੀ ਕਿ ਸ਼ਹੀਦੀ ਪਹੁੰਚ ਕੇ ਅਰਦਾਸ ਕਰਦਿਆਂ ਵੀ ਉਹਨਾਂ ਦੇ ਕਦਮ ਡੋਲ ਰਹੇ ਸਨ। ਮਰਨੇ ਨੂੰ ਤਾਂ ਘਨਸ਼ਾਮ ਨੇ ਵੀ ਇੱਕ ਦਿਨ ਮਰਨਾ ਹੀ ਸੀ। ਬਾਬਾ ਜੀ ਨੇ ਆਪ ਕਿਹੜਾ ਬੈਠੇ ਰਹਿਣਾ ਸੀ। ਘਨਸ਼ਾਮ ਦਾਸ ਤਾਂ ਭਲਾ ਧੋਖੇ ਨਾਲ ਮਾਰਿਆ ਗਿਆ ਸੀ, ਪਰ ਉਹ ਕਿਹੜਾ ਬਚ ਰਹੇ ਸੀ, ਜਿਨ੍ਹਾਂ ਨੇ ਅੰਮ੍ਰਿਤ ਛਕਣ ਤੋਂ 2 ਕੁ ਦਿਨ ਪਿੱਛੋਂ ਹੀ ਗੱਲ-ਗੱਲ 'ਤੇ ਤੌਬਾ ਤੌਬਾ, ਜਾਂ ਅੱਲਾ ਅੱਲਾ ਦੀ, ਵਾਹਿਗੁਰੂ ਵਾਹਿਗੁਰੂ ਤੇ ਰਾਮ ਰਾਮ ਕਹਿਣਾ ਸਿੱਖ ਲਿਆ ਤੇ ਕੰਘੇ, ਕੱਛੇ, ਕੜੇ ਤੇ ਪਟਕੇ ਪਹਿਨ ਲਏ ਸਨ। ਇਹਦੇ ਉਲਟ ਉਹ ਮੁਸਲਮਾਨ ਜੱਥੇ ਵਾਲਿਆਂ ਦੀ ਨਜ਼ਰ ਨਹੀਂ ਸੀ ਚੜ੍ਹ ਸਕੇ, ਜਿਨ੍ਹਾਂ ਨੇ ਪਿੰਡ ਛੱਡ ਕੇ ਪਾਕਿਸਤਾਨ ਜਾਣਾ ਤਾਂ ਪ੍ਰਵਾਨ ਕਰ ਲਿਆ ਸੀ, ਪਰ ਹਿੰਦੂ ਬਣਨਾ ਪ੍ਰਵਾਨ ਨਹੀਂ ਸੀ ਕੀਤਾ। ਪੀਲੇ ਪਟਕੇ ਜਾਂ ਨਵੇਂ ਕੱਛੇ ਵੀ ਨਹੀਂ ਸਨ ਪਹਿਨੇ ਤੇ 4 ਸਾਹਿਬਜ਼ਾਦੇ, 5 ਪਿਆਰੇ, 40 ਮੁਕਤੇ ਦੀ ਅਰਦਾਸ ਕਰਦਿਆਂ ਬਾਬਾ ਜੀ ਦੀ ਆਵਾਜ਼ ਨੂੰ ਪਤਾ ਨਹੀਂ ਕੀ ਹੁੰਦਾ ਜਾ ਰਿਹਾ ਸੀ। ਅੰਤ 'ਚ ਜਦੋਂ ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਧਰਮ ਹੇਤ ਸੀਸ ਕੁਰਬਾਨੀ ਕਹਿਣ ਲੱਗੇ ਤਾਂ ਉਹਨਾਂ ਦੇ ਕਦਮ ਲੜਖੜਾ ਗਏ। ਉਹਨਾਂ ਦੇ ਹੱਥ ਵਾਲਾ ਖੂੰਡਾ ਗਿਰ ਪਿਆ। ਬਾਕੀ ਅਰਦਾਸ ਵੀ ਬਾਪੂ ਜੀ ਨੇ ਸਮਾਪਤ ਕੀਤੀ। ਫਿਰ ਬਾਪੂ ਜੀ ਦੇ ਕਹਿਣ ਅਨੁਸਾਰ ਮੈਂ ਸ਼ਹੀਦਾਂ ਦੀਆਂ 5 ਸਮਾਧੀਆਂ 'ਤੇ ਭੋਰਾ ਪ੍ਰਸ਼ਾਦ ਰੱਖ ਆਇਆ, ਜਿਹਨੂੰ ਮੇਰੇ ਵੇਖਦੇ ਸ਼ਹੀਦਾਂ ਵਾਲੇ ਪਿੱਪਲ 'ਤੇ ਕਾਂ ਛਕ ਗਏ। ਬਾਕੀ ਸਾਰੇ ਸੰਸਕਾਰ ਸਮਾਪਤ ਕਰਕੇ ਜਦ ਬਾਪੂ ਜੀ ਨੇ ਸਾਨੂੰ ਵੀ ਪ੍ਰਸ਼ਾਦ ਵੰਡਣ ਲੱਗੇ ਤਾਂ ਬਾਬਾ ਜੀ ਨੇ ਰੋਕਤਾ। ਕੀ ਗੱਲ? ਬਾਪੂ ਜੀ ਨੇ ਪੁੱਛਿਆ। ਕਾਕੇ ਨੂੰ ਪ੍ਰਸ਼ਾਦ ਦੇ ਦੇ ਭੋਰਾ-ਕ, ਬਾਬਾ ਜੀ ਨੇ ਸੁਝਾਅ ਦਿੱਤਾ। ਸਾਈਂ ਦੀ ਕਬਰ 'ਤੇ ਵੀ ਚੜ੍ਹਾਓ ਜਾ ਕੇ, ਬਾਬਾ ਜੀ ਨੇ ਤਕੀਏ ਵੱਲ ਇਸ਼ਾਰਾ ਕਰਕੇ ਕਿਹਾ। ਤਕੀਏ ਤੇ ਸ਼ਹੀਦਾਂ ਵਿਚਕਾਰ ਕੇਵਲ ਅੱਧੇ ਖੇਤ ਦੀ ਵਿੱਥ ਸੀ। ਤਕੀਏ ਵੱਲ ਵੇਖ ਕੇ ਮੈਨੂੰ ਨੂਰਾ ਯਾਦ ਆ ਗਿਆ ਤੇ ਪਿੱਪਲ ਵੱਲ ਵੇਖ ਕੇ ਰਹਿਮਤੇ ਨੇ ਮੈਨੂੰ ਇਸੇ ਪਿੱਪਲ ਹੇਠ ਘੂਰ ਕੇ ਤੱਕਿਆ ਸੀ, ਪਤਾ ਨਹੀਂ ਪਿਆਰ ਨਾਲ, ਪਤਾ ਨਹੀਂ ਘਿਰਨਾ ਨਾਲ, ਤੇ ਹੁਣ ਉਹਨੂੰ ਜੱਥੇ ਵਾਲੇ ਲੈ ਗਏ ਸਨ। ਪਤਾ ਨਹੀਂ ਕਿਉਂ। ਕੀ ਮਤਲਬ? ਬਾਪੂ ਜੀ ਨੇ ਤਕੀਏ ਵਾਲੇ ਕਬਰ 'ਤੇ ਪ੍ਰਸ਼ਾਦ ਚੜ੍ਹਾਉਣ ਦਾ ਕਾਰਨ ਪੁੱਛਿਆ। ਕੱਲ੍ਹ ਦਾ ਘੱਲੂਘਾਰਾ ਯਾਦ ਹੈ ਨਾ? ਬਾਪੂ ਜੀ ਦੇ ਮੋਢੇ 'ਤੇ ਹੱਥ ਰੱਖ ਉਹਨਾਂ ਨੂੰ ਸ਼ਹੀਦਾਂ ਦੀ ਹੱਦ ਤੋਂ ਬਾਹਰ ਲਿਜਾ ਕੇ ਬਾਬਾ ਜੀ ਨੇ ਉਹਨਾਂ ਦੇ ਕੰਨ 'ਚ ਆਖਿਆ। ਸ਼ਹੀਦਾਂ ਦੀ ਹੱਦ 'ਚ ਸ਼ਾਇਦ
ਉਹਨਾਂ ਨੇ ਇਸ ਲਈ ਗੱਲ ਨਹੀਂ ਸੀ ਕੀਤੀ ਕਿ ਉਹਨਾਂ ਦੇ ਕੋਲ ਹੀ ਉਹਨਾਂ ਦੀ ਕਰਾਮਾਤ ਉੱਤੇ ਸ਼ੱਕ ਕਰਨ ਲਈ ਸਰਾਪ ਮਿਲ ਜਾਣ ਦਾ ਡਰ ਸੀ। ਯਾਦ ਹੈ, ਬਾਪੂ ਜੀ ਨੇ ਉੱਤਰ ਦਿੱਤਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਉਹ ਮਾਰੇ ਗਏ। ਬਾਬਾ ਜੀ ਨੇ ਪ੍ਰਸ਼ਨ ਕੀਤਾ। ਬਾਪੂ ਜੀ ਨੇ ਹਾਂ 'ਚ ਸਿਰ ਹਿਲਾਇਆ। ਤੇ ਜਿਹੜੇ ਸਾਈਂ ਦੀ ਕਬਰ ਨੂੰ ਪੂਜਦੇ ਰਹੇ ਉਹ ਬਚ ਰਹੇ ਕਿ ਨਹੀਂ? ਇੰਨਾ ਕਹਿ ਕੇ ਬਾਬਾ ਜੀ ਚੁੱਪ ਹੋ ਗਏ। ਮੈਂ ਸਮਝਿਆ ਨਹੀਂ, ਬਾਪੂ ਜੀ ਨੇ ਮੁੜ ਆਖਿਆ। ਨਹੀਂ ਸਮਝਿਆ ਤਾਂ ਸਮਝ, ਬਾਬਾ ਜੀ ਨੇ ਖਿੱਚ ਕੇ ਆਖਿਆ। ਕੱਲ੍ਹ ਬਾਰੇ ਕੌਣ ਜਾਣਦਾ? ਸਮਾਧੀਆਂ ਦੀ ਥਾਂ ਕਬਰਾਂ ਬਲੀ ਨਿਕਲ ਆਈਆਂ ਫਿਰ। ਇਹ ਗੱਲ ਬਾਬਾ ਜੀ ਨੇ ਬਹੁਤ ਹੌਲੀ ਬਾਪੂ ਜੀ ਦੇ ਕੰਨ 'ਚ ਕਹੀ ਤਾਂ ਕਿ ਸ਼ਹੀਦ ਨਾ ਸੁਣ ਲੈਣ। ਮੈਂ ਭੱਜ ਕੇ ਸਾਈਂ ਦੀ ਕਬਰ 'ਤੇ ਪ੍ਰਸ਼ਾਦ ਰੱਖ ਆਇਆ ਤੇ ਬਾਪੂ ਜੀ ਨੇ ਵੀ ਕੋਈ ਇਤਰਾਜ਼ ਨਾ ਕੀਤਾ। ਪਤਾ ਨਹੀਂ ਉਹਨਾਂ ਨੂੰ ਬਾਬਾ ਜੀ ਦੇ ਗੱਲ ਦੀ ਸਮਝ ਪਈ ਸੀ ਕਿ ਨਹੀਂ। ਧੰਨਵਾਦ।